ਵਾਹਿਗੁਰੂ ਜੀ। ਮੈਂ ਮੂਰਖ ਕੀ ਕੇਤੁਕ ਬਾਤ ਹੈ, ਕੋਟ ਪਰਾਧੀ ਤਰਿਆਰੀ। ਗੁਰੂ ਨਾਨਕ ਜਿਨ ਸੁਣਿਆ ਪੀਖਿਆ, ਸੇ ਫਿਰ ਗਰਭਾਸ ਨ ਪਰਿਆਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਹੀ ਗੁਰਮੁਖ ਵਿਦਵਾਨ, ਗੁਰ ਫਤਿਹ ਪ੍ਰਵਾਨ ਹੋਵੇ ਜੀ। ਪਿਆਰਿਓ, ਜੋ ਆਸਾ ਕੀ ਵਾਰ ਦੀ ਵਿਚਾਰ ਚੱਲ ਰਹੀ ਹੈ, ਕਥਾ ਚੱਲ ਰਹੀ ਹੈ। ਅੱਜ ਆਸਾ ਕੀ ਵਾਰ ਦੀ ਅੰਤਮ 24 ਪੌੜੀ ਦੀ ਵਿਆਖਿਆ ਦਾਸ ਨੂੰ ਕਰਨ ਦਾ ਹੁਕਮ ਹੋਇਆ ਹੈ ਭਾਈ ਸਾਹਿਬ ਗੁਰਵਿੰਦਰ ਸਿੰਘ ਜੀ ਅਤੇ ਵਿਦਵਾਨਾਂ ਵੱਲੋਂ। ਸੋ ਆਓ ਆਸਾ ਕੀ ਵਾਰ ਦੀ 24 ਪੌੜੀ ਦੀ ਵਿਚਾਰ ਦੀ ਸਮਾਪਤੀ ਨਾਲ ਅੱਜ ਆਸਾ ਦੀ ਵਾਰ ਮੁਕੰਮਲ ਸੰਪੰਨ ਵਿਚਾਰ ਹੋ ਜਾਵੇਗੀ। ਸੋ ਪਿਆਰਿਓ, ਆਓ ਪਹਿਲਾਂ ਪੌੜੀ ਸਾਹਿਬ ਜੀ ਦਾ ਪਾਠ ਸਰਵਣ ਕਰ ਲਈਏ ਜੀ। ਪੌੜੀ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਬਾਹੇ। ਸਾਈ ਕਾਰ ਕਮਾਵਣੀ, ਧੁਰ ਛੋਡੀ ਤਿੰਨੈ ਪਾਏ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜਾਏ, ਸੋ ਕਰੈ ਜੇ ਤਿਸੈ ਰਜਾਈ। ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਸ ਪੌੜੀ ਦੇ ਅੰਦਰ ਪਰਮਾਤਮਾ ਦੇ ਸੁਭਾਅ ਦਾ ਜ਼ਿਕਰ ਕਰਦੇ ਨੇ, ਉਹਦੇ ਗੁਣ ਤੇ ਪਰ ਉਪਕਾਰੀ ਸੁਭਾਅ, ਤੇ ਉਹ ਪਰਮਾਤਮਾ ਆਪਣੇ ਆਪ ਵਿੱਚ ਸੁਤੰਤਰ ਹੈ। ਸੋ ਕਰੇ ਜੇ ਤਿਸੇ ਰਜਾਏ। ਭਾਵ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਇਹੀ ਉਸ ਦੀਆਂ ਵਡਿਆਈਆਂ ਨੇ, ਸੁਭਾਅ ਹੈ ਕਿ ਵਾਹਿਗੁਰੂ ਉਹੀ ਕੁਛ ਕਰਦਾ ਹੈ, ਉਹ ਕੁਛ ਕਰੇਗਾ ਜੋ ਉਹਦੀ ਮਰਜ਼ੀ ਹੋਵੇਗੀ, ਜੋ ਉਹਦੇ ਸੁਭਾਅ ਦੇ ਵਿੱਚ ਹੈ। ਇਸ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਬੜਾ ਸੋਹਣਾ ਬਚਨ ਵਿਆਖਿਆ ਦੇ ਵਾਸਤੇ ਸਾਡੇ ਸਾਹਮਣੇ ਰੱਖਿਆ। ਸਾਹਿਬ ਕਹਿੰਦੇ ਨੇ, ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਤਾਂ ਕੀ ਗਤ ਕਹੀ ਨਾ ਜਾਈ, ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ। ਗੋਬਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੈ।
ਕਿਆ ਇਹ ਜੰਤ ਵਿਚਾਰੇ ਕਹੀਏ, ਜੋ ਤੁਧ ਆਖ ਵਖਾਣੇ। ਜਿਸ ਨੂੰ ਨਦਰ ਕਰੇ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜਿਓ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ, ਆਦ ਨਿਰੰਜਨ ਨਿਰੰਕਾਰ ਜਿਓ। ਸਭ ਕਹਿੰਦੇ ਨੇ ਮੇਰਾ ਜਗਤ ਦਾ ਸਿਰਜਣਹਾਰ ਮਾਲਕ ਗੋਬਿੰਦ ਸਭ ਤੋਂ ਵੱਡਾ ਹੈ, ਮਹਾਨ ਹੈ। ਉਹਦੇ ਵਿੱਚ ਇਹ ਗੁਣ ਨੇ ਕਿ ਉਹਦੀ ਸੀਮਾ ਕੋਈ ਨਹੀਂ। ਉਹ ਗਿਆਨ ਇੰਦਰੀਆਂ ਦੀ ਪਕੜ ਵਿੱਚ ਹੀ ਨਹੀਂ ਆਉਂਦਾ, ਮਾਇਆ ਤੋਂ ਨਿਰਲੇਪ ਹੈ, ਤੇ ਫਿਰ ਉਸ ਦੀ ਤਸਵੀਰ ਵੀ ਕੋਈ ਨਹੀਂ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਾਹਿਬ ਦਾ ਬਚਨ ਹੈ ਕਿ ਸੁਣ ਵੱਡਾ ਆਖੈ ਸਭ ਕੋਈ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੱਸਮੈ ਵੱਡੇ। ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਤੇਰੀ ਹੱਦ, ਤੇਰੀ ਸੀਮਾ, ਜਾਂ ਤੇਰੀ ਹਸਤੀ ਦੀ ਵਿਸ਼ਾਲਤਾ, ਇਹ ਕੋਈ ਵੀ ਜਾਣ ਨਹੀਂ ਸਕਦਾ। ਇਸ ਵਾਸਤੇ ਜੇਵੜ ਆਪ ਤੇਵੜ ਤੇਰੀ ਦਾਤ। ਜਿਤਨਾ ਵੱਡਾ ਤੂੰ ਆਪ ਹੈ ਨਾ, ਤੇਰੀਆਂ ਦਾਤਰਾਂ ਵੀ ਉਤਨੀਆਂ ਵੱਡੀਆਂ, ਉਤਨੀਆਂ ਹੀ ਮਹਾਨ ਨੇ। ਇਸ ਵਾਸਤੇ ਜੋ ਤੇਰੇ ਸੁਭਾਅ ਦੇ ਵਿੱਚ, ਤੇਰੀ ਸੋਚ ਵਿੱਚ, ਤੇਰੀ ਦ੍ਰਿਸ਼ਟੀ ਵਿੱਚ ਆਉਂਦਾ ਹੈ, ਤੂੰ ਉਹ ਆਪਣੀ ਮਰਜ਼ੀ ਨਾਲ ਕਰਦਾ ਉਹੀ ਹੋਵੇਗਾ। ਇੱਥੇ ਕਿਸੇ ਦੀ ਮਰਜ਼ੀ ਨਹੀਂ ਚੱਲ ਸਕਦੀ। ਮਹਾਰਾਜ ਪਾਤਸ਼ਾਹ ਕਹਿੰਦੇ, ਬਹੁਤ ਵਡਿਆਈਆਂ ਸਾਹਿਬੇ ਨਾ ਜਾਹੀ ਗਣੀਏ। ਬਹੁਤ ਵਡਿਆਈ ਸਾਹਿਬੇ ਨਾ ਜਾਹੀ ਗਣੀਆਂ, ਸੱਚ ਸਹਿਦ ਆਨੰਦ ਸਤਿਗੁਰ ਪਾਸ, ਸੱਚੀ ਗੁਰਬਣੀਆਂ। ਗੁਰੂ ਦੇ ਪਾਸ ਕਰਤੇ ਦੀਆਂ ਵਡਿਆਈਆਂ ਹਨ, ਤੇ ਗੁਰੂ ਉਸ ਵਡਿਆਈਆਂ ਨੂੰ ਜਾਣਦਾ ਹੈ। ਤਾਂ ਸਾਹਿਬ ਕਹਿੰਦੇ, ਸਾ ਹਰ ਤੇਰੀ ਉਸਤਤ ਹੈ, ਜੋ ਹਰ ਪ੍ਰਭ ਭਾਵੈ। ਜੋ ਗੁਰਮੁਖ ਪਿਆਰਾ ਸੇਵਦੇ, ਤਿਨ ਹਰ ਫਲ ਪਾਵੈ। ਉਸਤਤ ਕਹਿ ਨਾ ਜਾਏ ਮੁਖੋਂ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਦੇ ਘਰ ਵਿੱਚ ਆ ਕੇ ਇਹ ਵਿਚਾਰ ਦਿੰਦੇ ਨੇ ਕਿ ਸੋ ਕਰੇ ਜੇ ਤਿਸੇ ਰਜਾਏ। ਜੋ ਉਹਦੀ ਰਜਾ, ਉਹਦਾ ਹੁਕਮ, ਉਹਦੀ ਮਰਜ਼ੀ ਹੁੰਦੀ ਹੈ, ਉਹ ਪਰਮਾਤਮਾ ਇਸ ਜਗਤ ਵਿੱਚ ਉਹੀ ਕੁਛ ਕਰਦਾ ਹੈ। ਤੇ ਜੋ ਕੁਛ ਹੁੰਦਾ ਹੈ, ਉਸ ਦੀ ਵਿਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਕੀਤੀ। ਆਓ ਸਰਵਣ ਕਰੀਏ ਜੀ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਨਾ ਜਾਏ। ਪਰਮਾਤਮਾ ਦੇ ਗੁਣ ਇਤਨੇ ਵਿਸ਼ਾਲ ਤੇ ਮਹਾਨ ਨੇ, ਏਤੀ ਗੁਣ ਏਤੀਆਂ ਚੰਗਿਆਈਆਂ, ਦੇ ਨਾ ਪਛੋਤਾਵੈ। ਸਾਹਿਬ ਕਹਿੰਦੇ, ਪ੍ਰਭੂ ਦੇ, ਵਾਹਿਗੁਰੂ ਦੇ ਗੁਣਾਂ ਦੇ ਸੰਬੰਧ ਵਿੱਚ ਜੇ ਕੋਈ ਮਨੁੱਖ ਅਨੁਮਾਨ ਲਾਵੇ, ਅੰਦਾਜ਼ਾ ਲਾਵੇ ਕਿ ਕਿਤਨੇ ਕੁ ਗੁਣ, ਕਿਤਨੀਆਂ ਚੰਗਿਆਈਆਂ ਨੇ, ਪ੍ਰਭੂ ਦੇ ਗੁਣਾਂ ਦੇ ਵਿੱਚ ਕੋਈ ਅੰਦਾਜ਼ਾ, ਅਨੁਮਾਨ ਪੂਰਾ ਨਹੀਂ ਉਤਰ ਸਕਦਾ। ਭਾਵ ਕਿ ਵਾਹਿਗੁਰੂ ਦੇ ਗੁਣਾਂ ਦਾ ਅੰਤ ਪੈ ਨਹੀਂ ਸਕਦਾ। ਇਸ ਲਈ ਸਭ ਕਹਿੰਦੇ ਨੇ ਕਿ ਸਭ ਤੋਂ ਵੱਡੇ ਸਾਹਿਬ ਦੀਆਂ ਵਡਿਆਈਆਂ, ਕਿ ਇਹਨਾਂ ਬਾਰੇ ਕੁਝ ਵੀ ਆਖਣਾ ਹੋਵੇ ਤੇ ਆਖਿਆ ਨਹੀਂ ਜਾ ਸਕਦਾ ਹੈ।
ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਭਾਹੇ। ਉਹ ਵਾਹਿਗੁਰੂ ਸੋ ਕਰਤਾ ਹੈ, ਪੈਦਾ ਕਰਨ ਵਾਲਾ ਸਿਰਜਣਹਾਰ ਹੈ, ਤੇ ਆਪ ਹੀ ਉਹ ਪਰਮਾਤਮਾ ਇਸ ਸਾਰੀ ਕਾਇਨਾਤ ਦਾ ਮਾਲਕ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਕਾਦਰ ਕਹਿੰਦੇ ਨੇ ਮਾਲਕ ਨੂੰ, ਸਰਪ੍ਰਸਤ ਨੂੰ। ਕਰੀਮ ਕਹਿੰਦੇ ਬਖਸ਼ਿਸ਼ ਕਰਨ ਵਾਲਾ, ਰਹਿਮਤਾਂ ਕਰਨ ਵਾਲਾ, ਦਾਤਾਂ ਦੇਣ ਵਾਲਾ। ਤੇ ਉਹ ਦਾਤਾਂ ਕੀ ਦਿੰਦਾ ਹੈ? ਦੇ ਜੀਆਂ ਰਿਜਕ ਸਬਾਹੇ। ਵਾਹਿਗੁਰੂ ਆਪ ਹੀ ਰਹਿਮਤ ਕਰਕੇ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ, ਰੋਜੀ ਦੇਣ ਵਾਲਾ ਹੈ। ਉਹ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਮਾਲਕ, ਬਖਸ਼ੰਦ ਹੈ, ਜੀਆਂ ਨੂੰ ਰੋਜੀ ਰਿਜਕ ਦੇ ਪਹੁੰਚਾਉਂਦਾ ਹੈ, ਦੇਣ ਵਾਲਾ ਹੈ। ਇਸ ਵਾਸਤੇ ਸਭ ਕਹਿੰਦੇ ਦੇ ਜੀਆਂ ਰਿਜਕ ਸਬਾਹੇ। ਸਾਈ ਕਾਰ ਕਮਾਵਣੀ, ਧੁਰ ਛੋਡੀ ਤਿੰਨ ਪਾਏ। ਤੇ ਸਹਿਬ ਕਹਿੰਦੇ ਸਾਈ ਉਹ ਕਾਰ, ਸਾਈ ਕਾਰ ਜੋ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਹੈ, ਸਾਰੇ ਜੀਵ ਉਹੀ ਕਰਦੇ ਹਨ। ਜੋ ਉਸ ਪ੍ਰਭੂ ਨੇ ਆਪ ਹੀ ਮਨੁੱਖਾਂ ਦੀ ਕਿਸਮਤ, ਭਾਗ ਜਾਂ ਕਰਮਾਂ ਵਿੱਚ ਪਾ ਛੱਡੀ ਹੈ, ਲਿਖ ਛੱਡੀ ਹੈ। ਸਾਈ ਕਾਰ ਕਮਾਉਣੀ, ਧੁਰ ਛੋਡੀ ਤਿਨੇ ਪਾਏ। ਜਿਹੜੀ ਧੁਰ ਤੋਂ ਕਰਮਾਂ ਵਿੱਚ ਪ੍ਰਮਾਤਮਾ ਨੇ ਲਿਖ ਦਿੱਤੀ ਹੈ, ਮਨੁੱਖ ਨੂੰ ਭਾਗਾਂ ਦਾ ਹੀ ਮਿਲਦਾ। ਭਾਗ, ਕਰਮ ਜਾਂ ਮੱਥੇ ਦੀਆਂ ਲਕੀਰਾਂ ਇੱਕ ਵੱਖਰਾ ਵਿਸ਼ਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਕਾਜੀ ਆਇਆ, ਨਾਮ ਸੀ ਸਲਾਰਦੀਨ। ਅਸੀਂ ਅਕਸਰ, ਮੈਂ ਲੰਬੀ ਸਾਖੀ ਨਾ ਕਰਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਵੇਖਿਆ, ਬੜਾ ਧਨ ਪਦਾਰਥ, ਲక్ష్ਮੀ ਚੜ੍ਹ ਰਹੀ ਹੈ, ਸੇਵਕ ਪੇਸ਼ ਕਰ ਰਹੇ ਨੇ ਧਨ ਪਦਾਰਥ। ਤੇ ਸਲਾਰਦੀਨ ਕਹਿਣ ਲੱਗਾ, ਸੱਚੇ ਪਾਤਸ਼ਾਹ, ਕਿ ਅਸੀਂ ਸੁਣਿਆ ਕਿ ਤੁਸੀਂ ਆਪਣੇ ਸੇਵਕਾਂ ਦੀ ਕਿਸਮਤ ਬਦਲ ਦਿੰਦੇ ਹੋ, ਕਰਮ ਬਦਲ ਦਿੰਦੇ ਹੋ, ਪਰ ਇਹ ਤੇ ਉਲਟਾ ਤੁਹਾਨੂੰ ਪਾਲ ਰਹੇ ਨੇ, ਤੁਹਾਨੂੰ ਧਨ ਪਦਾਰਥ ਦੇ ਰਹੇ ਨੇ। ਮੈਨੂੰ ਇੰਝ ਲੱਗਦਾ ਇੱਥੇ ਤੇ ਸਾਰਾ ਸੰਸਾਰੀਆਂ ਦਾ ਕਾਰ ਵਿਹਾਰ ਹੈ, ਫਿਰ ਤੁਸੀਂ ਕਿਵੇਂ ਕਰ ਸਕਦੇ ਹੋ? ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਪ੍ਰੇਮ ਤੇ ਸੰਮੀ ਨਾਲ ਆਖਿਆ ਸੀ, ਸਲਾਰਦੀਨ ਜੀ, ਇਹ ਗੁਰੂ ਨਾਨਕ ਦਾ ਦਰ ਹੈ। ਮਾਇਆ ਰੁਜ਼ਗਾਰ ਹੈ, ਮਾਇਆ ਵਰਤਣ ਵਾਸਤੇ ਹੈ, ਇਕੱਠੀ ਕਰਨ ਵਾਸਤੇ ਨਹੀਂ। ਇਸ ਵਾਸਤੇ ਦੇਖੋ, ਸਿੱਖ ਆਉਂਦੇ ਨੇ, ਮੱਥਾ ਟੇਕਦੇ ਨੇ, ਮਾਇਆ ਰੱਖਦੇ ਨੇ, ਇਹ ਕਾਰ ਵਿਹਾਰ ਚੱਲਦੇ ਨੇ। ਪਰ ਜਦੋਂ ਸਿੱਖ ਆਪਣੇ ਗੁਰੂ ਦੇ ਚਰਨਾਂ 'ਤੇ ਆਪਣਾ ਮਸਤਕ ਰੱਖਦਾ ਹੈ ਨਾ, ਗੁਰੂ ਵਿੱਚ ਸਮਰੱਥਾ ਹੈ ਕਿ ਉਹਦਾ ਜੀਵਨ ਬਦਲ ਕੇ ਰੱਖ ਦੇਵੇ, ਕਰਮ ਬਦਲ ਦੇਵੇ। ਕਹਿਣ ਲੱਗਾ, ਜੀ ਕਿੱਦਾਂ? ਮਹਾਰਾਜ ਦੇ ਹੱਥ ਵਿੱਚ ਮੋਹਰ ਹੈ, ਉਹ ਕਾਗਜ਼ 'ਤੇ ਮੋਹਰ ਦੇ ਅੱਖਰ ਵਿਖਾਏ ਨੂਰਦੀਨ ਨੂੰ, ਸਲਾਰਦੀਨ ਨੂੰ। ਮਹਾਰਾਜ ਕਹਿਣ ਲੱਗੇ, ਮੋਹਰ ਦੇ ਅੱਖਰ ਪੜ੍ਹ ਸਕਦੇ ਹੋ? ਕਿਉਂਕਿ ਮੋਹਰ ਦੇ ਅੱਖਰ ਉਲਟੇ ਹੁੰਦੇ ਨੇ। ਜਦੋਂ ਪੜ੍ਹੇ ਨਾ ਗਏ ਤੇ ਸਤਿਗੁਰੂ ਨੇ ਉਹ ਮੋਹਰ ਕਾਗਜ਼ 'ਤੇ ਠੱਪਾ ਲਾ ਕੇ ਕਾਜੀ ਨੂੰ ਆਖਿਆ, ਹੁਣ ਅੱਖਰ ਸਿੱਧੇ ਹੋ ਗਏ। ਕਹਿਣ ਲੱਗੇ, ਜੀ ਪੜ੍ਹ ਸਕਦੇ ਹਾਂ। ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬਸ ਗੁਰੂ ਦੇ ਕੋਲ ਸ਼ਬਦ ਦੇ ਸਿਧਾਂਤ ਦੀ ਮੋਹਰ ਹੈ। ਜਿਸ ਦੀ ਕਿਸਮਤ ਉਸ ਮੋਹਰ ਨਾਲ ਛੂਹ ਜਾਵੇ ਤੇ ਅੱਖਰ ਜਿਵੇਂ ਕਾਗਜ਼ 'ਤੇ ਸਿੱਧੇ ਹੋ ਗਏ ਨੇ, ਗੁਰੂ ਸਿੱਖ ਦੇ ਕਰਮ ਵੀ ਸਿੱਧੇ ਕਰ ਸਕਦਾ ਹੈ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਧੁਰ ਛੋਡੀ ਤਿੰਨੇ ਪਾਏ, ਸਾਈ ਕਾਰ ਕਮਾਵਣੀ। ਫਿਰ ਜੀਵ ਉਹੀ ਕਾਰ ਕਰਦੇ ਨੇ, ਕੰਮ ਕਰਦੇ ਨੇ, ਜਿਹੜੀ ਉਹਨਾਂ ਦੇ ਕਈ ਜਨਮਾਂ ਦੇ ਕਰਮਾਂ ਕਰਕੇ ਮੱਥੇ ਦੇ ਉੱਤੇ ਭਾਵ ਕਿ ਕਿਸਮਤ ਬਣ ਜਾਂਦੀ, ਸੁਭਾਅ ਵਿੱਚ ਉਤਰ ਜਾਂਦੀ ਹੈ, ਲਿਖੀ ਜਾਂਦੀ ਹੈ। ਜੀਵ ਤੇ ਉਹੀ ਕੰਮ ਕਰਦੇ ਨੇ।
ਤੇ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਫਿਰ ਉਹਨਾਂ ਦੇ ਕਰਮ ਬਦਲ ਦੀ ਸਮਰੱਥਾ ਰੱਖਦੇ ਹਨ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਸਾਹਿਬ ਕਹਿੰਦੇ ਨੇ, ਹੇ ਭਾਈ, ਇੱਕ ਪ੍ਰਭੂ ਵਾਹਿਗੁਰੂ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਜੀਵ ਦੇ ਵਾਸਤੇ, ਮਨੁੱਖ ਵਾਸਤੇ ਦੂਜੀ ਨਾ ਹੀ ਜਾਏ। ਜਾਏ ਕਹਿੰਦੇ ਥਾਂ ਨੂੰ, ਕੋਈ ਹੋਰ ਥਾਂ ਨਹੀਂ ਹੈ, ਹੋਰ ਟਿਕਾਣਾ ਨਹੀਂ ਹੈ ਕਿ ਜਿੱਥੇ ਜਾ ਕੇ ਇਸ ਜਿੰਦ ਦੀ ਅਰਦਾਸ ਕੀਤੀ ਜਾ ਸਕੇ। ਸਾਹਿਬ ਕਹਿੰਦੇ ਨੇ ਕਿ ਇੱਕ ਵਾਹਿਗੁਰੂ ਜੀ ਤੋਂ ਬਿਨਾਂ ਜੀਵ ਲਈ ਕੋਈ ਹੋਰ ਦੂਜੀ ਥਾਂ, ਦੂਜਾ ਟਿਕਾਣਾ ਨਹੀਂ ਹੈ। ਸੋ ਕਰੇ ਜਿਤ ਸਹਿ ਜਾਏ, ਸੋ ਕਰੈ ਜਿਤ ਸਿਰ ਜਾਏ ਸੁਧ। ਫਿਰ ਜੋ ਉਸ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਉਹੀ ਕੁਛ ਕਰਦਾ ਹੈ। ਉਹ ਕਿਸੇ ਦੀ ਮਰਜ਼ੀ ਦੇ ਅਨੁਸਾਰ ਨਹੀਂ ਚੱਲਦਾ, ਕਿਸੇ ਦਾ ਉਹ ਗੁਲਾਮ ਨਹੀਂ ਹੈ। ਕਿਉਂਕਿ ਸਾਹਿਬ ਕਹਿੰਦੇ ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ, ਇੱਕ ਤਿਲ ਤਾਂ ਕੋ ਮਰਮ ਨਾ ਪਾਵੈ। ਇਸ ਵਾਸਤੇ ਉਸ ਵਾਹਿਗੁਰੂ ਪਰਮਾਤਮਾ ਦੀ ਉਪਮਾ ਉਤਨੀ ਉੱਚੀ ਹੈ ਜਿਤਨਾ ਪਰਮਾਤਮਾ ਉੱਚਾ ਹੈ। ਸਾਹਿਬ ਕਹਿੰਦੇ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ ਤਜ ਆਨ ਸ਼ਰਨ ਗਹੀ। ਤਾਂ ਸਭ ਕਹਿੰਦੇ ਨੇ, ਮੈਂ ਸਾਰੇ ਹੀ ਆਸਰੇ ਇੱਕ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਲੈ ਕੇ ਦੁਨੀਆ ਦੇ ਆਸਰੇ ਬਿਲਕੁਲ ਛੱਡ ਦਿੱਤੇ ਹਨ। ਜਿਸ ਪਰਮਾਤਮਾ ਦੀ ਇਤਨੀ ਤਾਕਤ ਹੈ ਕਿ ਦੁਨੀਆ ਦਾ ਕੋਈ ਵੀ ਸ਼ਹਿਨਸ਼ਾਹ ਉਸ ਤੋਂ ਬਾਹਰਾ ਨਹੀਂ ਹੋ ਸਕਦਾ। ਕੋਈ ਪੀਰ, ਪੈਗੰਬਰ, ਦੇਵੀ ਦੇਵਤਾ ਉਹਦੇ ਨਾਲੋਂ ਵੱਡੀ ਹਸਤੀ ਦਾ ਮਾਲਕ ਹੋ ਹੀ ਨਹੀਂ ਸਕਦਾ। ਜਾਂ ਕੇ ਵਸ ਹੈ ਖਾਨ ਸੁਲਤਾਨ, ਜਾਂ ਕੇ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕੁਛ ਹੋਏ, ਤਿਸ ਤੇ ਬਾਹਰ ਨਾ ਹੀ ਕੋਏ। ਉਸ ਤੋਂ ਬਾਹਰਾ, ਉਸ ਤੋਂ ਵੱਡਾ, ਉਸ ਦੇ ਹੁਕਮ ਤੋਂ ਲਾਂਭੇ ਕੋਈ ਜਾ ਨਹੀਂ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ, ਸੋ ਕਰੇ ਜੇ ਤਿਸੇ ਰਜਾਏ। ਉਹ ਵਾਹਿਗੁਰੂ ਉਹ ਕੁਛ ਕਰੇਗਾ ਜਾਂ ਕਰਦਾ ਜਿਹੜੀ ਉਸਦੀ ਮਰਜ਼ੀ ਹੁੰਦੀ ਹੈ। ਉਸ ਦੀ ਮਰਜ਼ੀ ਤੋਂ ਬਿਨਾਂ ਕੁਝ ਹੋਰ ਨਹੀਂ ਹੋ ਸਕਦਾ। ਸੁੱਧ, ਸ਼ੁੱਧ ਦਾ ਮਤਲਬ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਇਹਦੇ ਪਿੱਛੇ ਸੁੱਧ ਲਿਖਵਾਇਆ ਭਾਈ ਗੁਰਦਾਸ ਕੋਲੋਂ, ਜਿਸ ਦਾ ਮਤਲਬ ਇੱਕ ਇਸ਼ਾਰਾ ਹੈ ਕਿ ਇਹ ਜਿਹੜੀ ਆਸਾ ਦੀ ਵਾਰ ਹੈ ਇਹ ਪੂਰਨ ਰੂਪ ਵਿੱਚ ਸੋਧ ਕੇ ਲਿਖੀ ਗਈ ਹੈ। ਸ਼ਬਦਾਂ ਦੀਆਂ ਲਗਾ ਮਾਤਰਾ, ਸ਼ਬਦਾਂ ਦੀ ਗਿਣਤੀ ਦੇ ਅੰਕਾਂ ਦੀ ਜੋੜ, ਭਾਵ ਕਿ ਸਾਰਾ ਹੀ ਸੋਧ ਕੇ ਵਿਚਾਰ ਕੇ ਤੇ ਲਿਖਵਾ ਦਿੱਤਾ ਗਿਆ। ਜਿੱਥੇ ਸੁੱਧ ਨਹੀਂ ਹੋਇਆ ਉੱਥੇ ਗੌੜੀ ਕੀ ਵਾਰ ਦੇ ਪਿੱਛੇ ਮਹਾਰਾਜ ਭਾਈ ਗੁਰਦਾਸ ਨੂੰ ਇਸ਼ਾਰਾ ਕਰਦੇ ਨੇ, ਸੁੱਧ ਕੀਚੈ, ਭਾਵ ਕਿ ਇਹਨਾਂ ਨੂੰ ਸੋਧ ਲੈਣਾ, ਵਿਚਾਰ ਲੈਣਾ। ਇਸ ਜਿੱਥੇ ਸੁੱਧ ਨਹੀਂ ਹੋਇਆ ਉੱਥੇ ਗੁਰੂ ਸਾਹਿਬ ਨੇ ਇਹ ਇਸ਼ਾਰਾ ਦਿੱਤਾ ਭਾਈ ਗੁਰਦਾਸ ਨੂੰ। ਇੱਥੇ ਮਹਾਰਾਜ ਨਿਰਣਾ ਦੇ ਰਹੇ ਨੇ ਕਿ ਇਸ ਪੂਰੀ ਵਾਰ ਨੂੰ ਸੋਧਿਆ, ਵਾਚਿਆ, ਲਗਾ ਮਾਤਰਾ ਅਤੇ ਅੰਕਾਂ ਦੇ ਜੋੜ ਸਮੇਤ ਇੱਥੋਂ ਤੱਕ ਸੰਪੂਰਨਤਾ ਹੋਈ ਹੈ। ਸੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਆਸਾ ਕੀ ਵਾਰ ਦੀ ਬਾਣੀ ਦੀ ਅੱਜ ਸੰਪੰਨਤਾ ਹੋਈ ਹੈ। ਸਾਰੇ ਵਿਦਵਾਨ ਗੁਰਮੁਖ ਸੱਜਣ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਆਪਣਾ ਆਪਣਾ ਜੀਵਨ ਦਾ ਕੀਮਤੀ ਸਮਾਂ ਕੱਢ ਕੇ ਕੌਮ ਦੇ ਧਰਮ ਦੇ ਲੇਖੇ ਲਾਇਆ ਹੈ ਅਤੇ ਭਵਿੱਖ ਦੇ ਵਿੱਚ ਆਉਣ ਵਾਲੀ ਨਸਲਾਂ ਦੇ ਵਾਸਤੇ ਇਹ ਪੂਰਨੇ ਪਾਏ ਨੇ ਕਿ ਜਿਹੜਾ ਵੀ ਭਾਈ ਆਸਾ ਕੀ ਵਾਰ ਦੀ ਵਿਚਾਰ ਕਥਾ ਵਿਚਾਰ ਸਾਹਿਤ ਕਥਾ ਸਰਵਣ ਕਰੇਗਾ, ਸਤਿਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਦਾ ਧੰਨਵਾਦ। ਧੰਨਵਾਦ ਹੈ ਭਾਈ ਗੁਰਵਿੰਦਰ ਸਿੰਘ ਜੀ ਰਿਆੜ ਸਾਹਿਬ ਦਾ, ਜਿਨ੍ਹਾਂ ਨੇ ਬੜੀ ਮਿਹਨਤ ਤੇ ਮੁਸ਼ੱਕਤ ਤੇ ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਇਹ ਸੇਵਾ ਨੂੰ ਨਿਭਾਇਆ ਹੈ। ਸੰਗਤਾਂ ਨੇ ਸੇਵਾ ਨੂੰ, ਗੁਰਮੁਖਾਂ ਨੇ, ਵਿਦਵਾਨਾਂ ਨੇ ਨਿਭਾਇਆ ਹੈ।
ਆਸ ਕਰਦਾ ਹਾਂ ਇਹ ਵਹੀਰ, ਇਹ ਪ੍ਰਚਾਰਕ ਸੰਸਥਾ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰਬਾਣੀ ਦਾ ਰਸ ਵਿਚਾਰ ਸਭ ਨੂੰ ਮਿਲਦਾ ਰਹੇਗਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।